सत श्री अकाल जी सारिਆਂ ਨੂੰ। मैं सरबजीत सिंह अड़कवास अपने यूट्यूब चैनल ਤੇ आप सब ਦਾ हार्दिक स्वागत करदा। पीएस ਟੈਟ ਮਾਸਟਰ ਕੇਡਰ ਸਮਾਜਿਕ ਸਿੱਖਿਆ ਤੇ ਪੰਜਾਬੀ ਦੀ ਤਿਆਰੀ ਕਰਨ ਦੇ ਲਈ ਸਾਡੇ YouTube ਚੈਨਲ ਦੇ ਨਾਲ ਜ਼ਰੂਰ ਜੁੜੋ। ਜਿਨ੍ਹਾਂ ਵੀ ਸਾਥੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਉਹ ਸਾਥੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ, ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ 16ਵੀਂ ਸਪੈਸ਼ਲ ਟੈਸਟ ਸੀਰੀਜ਼ ਸਮਾਜਿਕ ਸਿੱਖਿਆ ਦੇ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ 25 ਪ੍ਰਸ਼ਨ ਜੋ ਆਮ ਤੌਰ ਤੇ ਪੇਪਰਾਂ ਦੇ ਵਿੱਚ ਆਉਂਦੇ ਆ ਜੀ। ਇਸ ਤੋਂ ਪਹਿਲਾਂ 15 ਸੀਰੀਜ਼ ਸਾਡੀਆਂ ਆਪਣੇ ਚੈਨਲ ਤੇ ਅਪਲੋਡ ਹੋ ਚੁੱਕੀਆਂ ਨੇ ਜੀ। ਆਪ ਸਭ ਨੇ ਉਹ ਜ਼ਰੂਰ ਵੇਖ ਲੈਣੀਆਂ ਤਾਂ ਕਿ ਤੁਹਾਡਾ ਜੋ ਤਿਆਰੀ ਆ ਵਧੀਆ ਢੰਗ ਦੇ ਨਾਲ ਹੋ ਸਕੇ। ਵੀਡੀਓ ਨੂੰ ਜ਼ਰੂਰ ਧਿਆਨ ਦੇ ਨਾਲ ਵੇਖਿਓ ਜੀ। ਅਖੀਰ ਦੇ ਵਿੱਚ ਤੁਹਾਨੂੰ 5 ਪ੍ਰਸ਼ਨ ਪੁੱਟ ਕੀਤੇ ਜਾਣਗੇ ਜਿਨ੍ਹਾਂ ਦੇ ਜਵਾਬ ਆਪ ਸਭ ਨੇ ਕਮੈਂਟਸ ਦੇ ਵਿੱਚ ਜ਼ਰੂਰ ਦੇਣੇ ਆ ਜੀ। ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਜੀ। ਪਲਾਸੀ ਦੀ ਲੜਾਈ ਕਿਸ ਕਿਸ ਦੇ ਵਿਚਕਾਰ ਹੋਏਗੀ? ਨਵਾਬ ਸਿਰਾਜੁਦੌਲਾ ਅਤੇ ਅੰਗਰੇਜ਼ਾਂ ਦੇ ਵਿਚਕਾਰ, ਮੀਰ ਕਾਸਿਮ ਤੇ ਸ਼ਾਹ ਆਲਮ ਵਿਚਕਾਰ, ਸ਼ਾਹ ਆਲਮ ਤੇ ਅੰਗਰੇਜ਼ਾਂ ਵਿਚਕਾਰ, ਮੀਰ ਕਾਸਿਮ ਅਤੇ ਅੰਗਰੇਜ਼ਾਂ ਦੇ ਵਿਚਕਾਰ। ਸੋ ਜੋ ਪਲਾਸੀ ਦੀ ਲੜਾਈ 1757 ਨੂੰ ਹੋਈ ਸੀ ਉਹ ਹੋਈ ਸੀ ਜੀ ਨਵਾਬ ਸਿਰਾਜੁਦੌਲਾ ਤੇ ਅੰਗਰੇਜ਼ਾਂ ਦੇ ਵਿਚਕਾਰ। ਕਦੋਂ ਹੋਈ ਸੀ? 1757 ਦੇ ਵਿੱਚ। ਪਲਾਸੀ ਦੀ ਲੜਾਈ ਦੇ ਵਿੱਚ ਜਿੱਤ ਕਿਸ ਦੀ ਹੋਈ? ਕੌਣ ਜਿੱਤਿਆ ਸੀਗਾ ਜੀ? ਸਿਰਾਜੁਦੌਲਾ, ਅੰਗਰੇਜ਼, ਸ਼ਾਹ ਆਲਮ, ਮੀਰ ਕਾਸਿਮ। ਪਲਾਸੀ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਸੀ ਤੇ ਬੰਗਾਲ ਦੇ ਨਵਾਬ ਦੀ ਹਾਰ ਹੋਈ ਸੀ। ਬਕਸਰ ਦੀ ਲੜਾਈ ਕਦੋਂ ਹੋਈ? 1764 ਈਸਵੀ, 1765 ਈਸਵੀ, 1757, 1766। ਬਕਸਰ ਦੀ ਲੜਾਈ ਅਕਤੂਬਰ 1764 ਨੂੰ ਹੋਈ ਸੀ ਜੀ। ਬਕਸਰ ਦੀ ਲੜਾਈ ਕਿਸ ਦੇ ਵਿਚਕਾਰ ਹੋਈ? ਸਿਰਾਜੁਦੌਲਾ ਤੇ ਸ਼ਾਹ ਆਲਮ, ਮੀਰ ਕਾਸਿਮ ਤੇ ਸਿਰਾਜੁਦੌਲਾ, ਮੀਰ ਕਾਸਿਮ ਤੇ ਸ਼ਾਹ ਆਲਮ, ਸਿਰਾਜੁਦੌਲਾ ਤੇ ਅੰਗਰੇਜ਼। ਕਿਸ ਦੇ ਵਿਚਕਾਰ ਹੋਈ ਸੀ ਜੀ? ਸਿਰਾਜੁਦੌਲਾ ਤੇ ਅੰਗਰੇਜ਼ਾਂ ਦੇ ਵਿਚਕਾਰ। ਬਕਸਰ ਦੀ ਲੜਾਈ ਤੋਂ ਬਾਅਦ ਬੰਗਾਲ ਦਾ ਨਵਾਬ ਕੌਣ ਬਣਿਆ? ਮੀਰ ਜਾਫਰ, ਮੀਰ ਕਾਸਿਮ, ਸ਼ਾਹ ਆਲਮ, ਸਿਰਾਜੁਦੌਲਾ। ਸੋ ਬਕਸਰ ਦੀ ਲੜਾਈ ਤੋਂ ਬਾਅਦ ਮੀਰ ਜਾਫਰ ਹੈ ਜੋ ਬੰਗਾਲ ਦਾ ਨਵਾਬ ਬਣਿਆ ਸੀ ਜੀ। ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਕਦੋਂ ਖਤਮ ਕਰ ਦਿੱਤੀ ਗਈ? 1774 ਈਸਵੀ, 1772 ਈਸਵੀ, 1765 ਈਸਵੀ, 1764। ਸੋ ਰਾਈਟ ਹੈ ਜੀ 1772 ਈਸਵੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਇਸ ਵੀਡੀਓ ਦਾ ਕੱਲ੍ਹ ਨੂੰ ਸਾਡੇ WhatsApp ਗਰੁੱਪ ਦੇ ਵਿੱਚ ਟੈਸਟ ਵੀ ਲਿਆ ਜਾਵੇਗਾ ਜੀ। ਸੋ ਜੇਕਰ ਕੋਈ ਵੀ ਅਧਿਆਪਕ ਸਾਥੀ ਇਸ ਸੀਰੀਜ਼ ਦਾ ਟੈਸਟ ਦੇਣਾ ਚਾਹੁੰਦਾ ਹੈ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 971500 8800। ਅੰਗਰੇਜ਼ੀ ਸਾਮਰਾਜ ਦੇ ਵਿਸਥਾਰ ਲਈ ਸਹਾਇਕ ਸੰਧੀ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ? ਲਾਰਡ ਵੈਲਜ਼ਲੀ, ਲਾਰਡ ਕਲਾਈਵ, ਵਾਰਨ ਹੇਸਟਿੰਗਜ਼, ਲਾਰਡ ਕਾਰਨਵਾਲਿਸ। ਸੋ ਰਾਈਟ ਹੈ ਜੀ ਲਾਰਡ ਵੈਲਜ਼ਲੀ। ਲਾਰਡ ਵੈਲਜ਼ਲੀ ਨੇ ਸਹਾਇਕ ਸੰਧੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ। ਅੰਗਰੇਜ਼ ਮਰਾਠਾ ਯੁੱਧ ਦੌਰਾਨ ਲਾਰਡ ਵੈਲਜ਼ਲੀ ਨੇ ਜਸਵੰਤ ਰਾਓ ਹੋਲਕਰ ਦੀ ਰਾਜਧਾਨੀ 'ਤੇ ਕਬਜ਼ਾ ਕਰ ਲਿਆ। ਸੋ ਜਸਵੰਤ ਰਾਓ ਹੋਲਕਰ ਦੀ ਰਾਜਧਾਨੀ ਕਿਹੜੀ ਸੀ ਜੀ? ਪੂਨਾ, ਕਟਕ, ਭੋਪਾਲ, ਇੰਦੌਰ। ਰਾਈਟ ਆਨਸਰ ਹੈ ਜੀ ਇੰਦੌਰ। ਲੈਪਸ ਦੀ ਨੀਤੀ ਕਿਸ ਨੇ ਚਲਾਈ? 1857 ਦੇ ਵਿਦਰੋਹ ਦਾ ਇੱਕ ਕਾਰਨ ਸੀ ਲੈਪਸ ਦੀ ਨੀਤੀ। ਸੋ ਉਸ ਦਾ ਜਨਕ ਕੌਣ ਸੀ? ਲਾਰਡ ਕਲਾਈਵ, ਲਾਰਡ ਵੈਲਜ਼ਲੀ, ਲਾਰਡ ਡਲਹੌਜੀ, ਲਾਰਡ ਹੇਸਟਿੰਗਜ਼। ਲੈਪਸ ਦੀ ਨੀਤੀ ਕਿਸ ਨੇ ਚਲਾਈ ਸੀ ਜੀ? ਲਾਰਡ ਡਲਹੌਜੀ। ਸਹਾਇਕ ਸੰਧੀ ਲਾਰਡ ਵੈਲਜ਼ਲੀ, ਲੈਪਸ ਦੀ ਨੀਤੀ ਲਾਰਡ ਡਲਹੌਜੀ ਨੇ ਚਲਾਈ ਸੀ। ਲਾਰਡ ਡਲਹੌਜੀ ਨੇ 1857 ਵਿੱਚ ਕਿਸ ਰਿਆਸਤ 'ਤੇ ਭੈੜੇ ਪ੍ਰਬੰਧ ਦਾ ਦੋਸ਼ ਲਗਾ ਕੇ ਉਸ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕੀਤਾ? ਕਰਨਾਟਕ, ਅਵਧ, ਪੂਨਾ, ਤੰਜੌਰ। ਸੋ ਰਾਈਟ ਹੈ ਜੀ ਅਵਧ। ਦੂਜੇ ਐਂਗਲੋ ਸਿੱਖ ਯੁੱਧ ਦੌਰਾਨ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਜੀ? ਲਾਰਡ ਹਾਰਡਿੰਗ, ਲਾਰਡ ਆਕਲੈਂਡ, ਲਾਰਡ ਡਲਹੌਜੀ, ਲਾਰਡ ਹੇਸਟਿੰਗਜ਼। ਕੌਣ ਸੀਗਾ ਜੀ ਦੂਜੇ ਐਂਗਲੋ ਸਿੱਖ ਯੁੱਧ ਦੌਰਾਨ? ਲਾਰਡ ਡਲਹੌਜੀ।
ਲਾਰਡ ਡਲਹੌਜੀ ਦੂਜੇ ਐਂਗਲੋ ਸਿੱਖ ਯੁੱਧ ਦੌਰਾਨ ਭਾਰਤ ਦਾ ਗਵਰਨਰ ਜਨਰਲ ਰਿਹਾ ਜੀ। ਰੈਗੂਲੇਟਿੰਗ ਐਕਟ ਕਦੋਂ ਪਾਸ ਹੋਇਆ, ਜਿਸ ਦੇ ਅਧੀਨ ਭਾਰਤ ਵਿੱਚ ਪਹਿਲੀ ਸਰਵਉੱਚ ਅਦਾਲਤ ਸਥਾਪਿਤ ਕੀਤੀ ਗਈ ਸੀ ਕੋਲਕਾਤਾ ਵਿੱਚ। ਸੋ ਕਦੋਂ ਪਾਸ ਹੋਇਆ? 1773, 1763, 1764, 1774। ਰਾਈਟ ਆਨਸਰ ਹੈ ਜੀ 1773 ਦੇ ਵਿੱਚ। ਕਿਸ ਐਕਟ ਅਧੀਨ ਬ੍ਰਿਟਿਸ਼ ਸੰਸਦ ਨੇ ਭਾਰਤ ਵਿੱਚ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਦਾ ਅਧਿਕਾਰ ਪ੍ਰਾਪਤ ਕੀਤਾ? ਪਿਟਸ ਇੰਡੀਆ ਐਕਟ, ਰੈਗੂਲੇਟਿੰਗ ਐਕਟ, ਚਾਰਟਰ ਐਕਟ 1833, ਚਾਰਟਰ ਐਕਟ 1853। ਸੋ ਰਾਈਟ ਆਨਸਰ ਹੈ ਜੀ ਰੈਗੂਲੇਟਿੰਗ ਐਕਟ, ਜੋ 1773 ਦੇ ਵਿੱਚ ਪਾਸ ਹੋਇਆ ਸੀ। ਇਸ ਦੇ ਅਧੀਨ ਬ੍ਰਿਟਿਸ਼ ਪਾਰਲੀਮੈਂਟ ਨੇ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਦਾ ਅਧਿਕਾਰ ਪ੍ਰਾਪਤ ਕਰ ਲਿਆ ਸੀ। ਬੋਰਡ ਆਫ ਕੰਟਰੋਲ ਕਿਸ ਐਕਟ ਅਧੀਨ ਬਣਿਆ? ਰੈਗੂਲੇਟਿੰਗ ਐਕਟ, ਕੰਟਰੋਲ ਐਕਟ, ਪਿਟਸ ਇੰਡੀਆ ਐਕਟ, ਚਾਰਟਰ ਐਕਟ। ਬੋਰਡ ਆਫ ਕੰਟਰੋਲ ਬਣਿਆ ਸੀ ਪਿਟਸ ਇੰਡੀਆ ਐਕਟ ਅਧੀਨ। ਪਿਟਸ ਇੰਡੀਆ ਐਕਟ ਕਦੋਂ ਪਾਸ ਹੋਇਆ? 1784, 1783, 1781, 1782। ਸੋ ਰਾਈਟ ਆਨਸਰ ਹੈ ਜੀ 1784 ਦੇ ਵਿੱਚ। ਕਿਸ ਐਕਟ ਨੇ ਪ੍ਰੈਜ਼ੀਡੈਂਸੀਆਂ ਦੀਆਂ ਸਰਕਾਰਾਂ ਨੂੰ ਕਾਨੂੰਨ ਬਣਾਉਣ ਦੇ ਅਧਿਕਾਰ ਤੋਂ ਵਾਂਝਿਆ ਕਰ ਦਿੱਤਾ? ਪਿਟਸ ਇੰਡੀਆ ਐਕਟ, ਚਾਰਟਰ ਐਕਟ, ਰੈਗੂਲੇਟਿੰਗ ਐਕਟ, ਚਾਰਟਰ ਐਕਟ 1853। ਕਿਸ ਐਕਟ ਦੇ ਅਧੀਨ ਪ੍ਰੈਜ਼ੀਡੈਂਸੀ ਦੀਆਂ ਸਰਕਾਰਾਂ ਨੂੰ ਕਾਨੂੰਨ ਬਣਾਉਣ ਦੇ ਅਧਿਕਾਰ ਤੋਂ ਵਾਂਝਿਆ ਕਰ ਦਿੱਤਾ ਸੀ ਜੀ? ਚਾਰਟਰ ਐਕਟ 1833। ਭਾਰਤ ਵਿੱਚ ਸਿਵਲ ਸਰਵਿਸ ਦਾ ਮੋਢੀ ਕੌਣ ਸੀ? ਲਾਰਡ ਵੈਲਜ਼ਲੀ, ਲਾਰਡ ਹੇਸਟਿੰਗਜ਼, ਲਾਰਡ ਕਲਾਈਵ, ਲਾਰਡ ਕਾਰਨਵਾਲਿਸ। ਸੋ ਰਾਈਟ ਹੈ ਜੀ ਲਾਰਡ ਕਾਰਨਵਾਲਿਸ। 1863 ਵਿੱਚ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਵਾਲਾ ਭਾਰਤੀ ਕੌਣ ਸੀ? ਜਵਾਹਰ ਲਾਲ ਨਹਿਰੂ, ਰਵਿੰਦਰਨਾਥ ਟੈਗੋਰ, ਸਤਿੰਦਰਨਾਥ ਟੈਗੋਰ, ਸੁਭਾਸ਼ ਚੰਦਰ ਬੋਸ। ਸੋ ਰਾਈਟ ਹੈ ਜੀ ਸਤਿੰਦਰਨਾਥ ਟੈਗੋਰ ਨੇ ਪਹਿਲੀ ਵਾਰ 1863 ਦੇ ਵਿੱਚ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕੀਤੀ ਸੀ। ਇੰਗਲੈਂਡ ਵਿੱਚ ਹੈਲੀਬਰੀ ਕਾਲਜ ਕਿਸ ਨੇ ਖੋਲ੍ਹਿਆ? ਲਾਰਡ ਵਿਲੀਅਮ, ਲਾਰਡ ਹਾਰਡਿੰਗ, ਵਾਰਨ ਹੇਸਟਿੰਗਜ਼, ਲਾਰਡ ਕਾਰਨਵਾਲਿਸ। ਕਿਸ ਨੇ ਖੋਲ੍ਹਿਆ ਸੀਗਾ ਜੀ? ਲਾਰਡ ਵਿਲੀਅਮ। 1886 ਦੇ ਵਿੱਚ ਭਾਰਤ ਦੇ ਕਿਸ ਵਾਇਸਰਾਏ ਨੇ 15 ਮੈਂਬਰੀ ਪਬਲਿਕ ਸਰਵਿਸ ਕਮਿਸ਼ਨ ਨਿਯੁਕਤ ਕੀਤਾ? ਲਾਰਡ ਡਲਹੌਜੀ, ਲਾਰਡ ਕਾਰਨਵਾਲਿਸ, ਲਾਰਡ ਰਿਪਨ, ਲਾਰਡ ਹੇਸਟਿੰਗਜ਼। ਕਿਸ ਨੇ ਨਿਯੁਕਤ ਕੀਤਾ ਸੀ ਜੀ? ਲਾਰਡ ਰਿਪਨ। ਥਰਡ ਆਏਗਾ ਜੀ ਲਾਰਡ ਰਿਪਨ। ਕਿਹੜੇ ਗਵਰਨਰ ਜਨਰਲ ਨੇ ਪੁਲਿਸ ਵਿਭਾਗ ਵਿੱਚ ਸੁਧਾਰ ਕੀਤੇ? ਲਾਰਡ ਕਾਰਨਵਾਲਿਸ, ਲਾਰਡ ਡਲਹੌਜੀ, ਲਾਰਡ ਹੇਸਟਿੰਗਜ਼, ਲਾਰਡ ਰਿਪਨ। ਕਿਸ ਨੇ ਸੁਧਾਰ ਕੀਤੇ ਸੀ ਜੀ? ਲਾਰਡ ਕਾਰਨਵਾਲਿਸ। ਨੈਕਸਟ ਕਰਾਂਗੇ ਜੀ 1773 ਈਸਵੀ ਦੇ ਰੈਗੂਲੇਟਿੰਗ ਐਕਟ ਅਨੁਸਾਰ ਸਰਵਉੱਚ ਅਦਾਲਤ ਦੀ ਸਥਾਪਨਾ ਕਿਸ ਜਗ੍ਹਾ 'ਤੇ ਕੀਤੀ ਗਈ? ਪੂਨਾ, ਦਿੱਲੀ, ਬੰਬਈ, ਕਲਕੱਤਾ। ਕਿੱਥੇ ਕੀਤੀ ਗਈ ਸੀ ਜੀ? ਕਲਕੱਤਾ ਦੇ ਵਿੱਚ। ਇੰਡੀਆ ਲਾ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ? 1832, 34, 33, 43। ਕਦੋਂ ਹੋਈ ਸੀ ਜੀ? 1833। ਬੰਗਾਲ ਵਿੱਚ ਜੂਰੀ ਪ੍ਰਥਾ ਦੀ ਸਥਾਪਨਾ ਕਿਸ ਨੇ ਕੀਤੀ? ਲਾਰਡ ਰਿਪਨ, ਲਾਰਡ ਵਿਲੀਅਮ ਬੈਂਟਿਕ, ਲਾਰਡ ਹੇਸਟਿੰਗਜ਼, ਲਾਰਡ ਹਾਰਡਿੰਗ। ਕਿਸ ਨੇ ਕੀਤੀ ਸੀ ਜੀ? ਲਾਰਡ ਵਿਲੀਅਮ ਬੈਂਟਿਕ। ਸਥਾਈ ਬੰਦੋਬਸਤ ਪ੍ਰਬੰਧ ਕਿਸ ਨੇ ਸ਼ੁਰੂ ਕੀਤਾ? ਲਾਰਡ ਵਿਲੀਅਮ ਬੈਂਟਿਕ, ਲਾਰਡ ਰਿਪਨ, ਲਾਰਡ ਡਲਹੌਜੀ, ਲਾਰਡ ਕਾਰਨਵਾਲਿਸ। ਰਾਈਟ ਆਨਸਰ ਹੈ ਜੀ ਲਾਰਡ ਕਾਰਨਵਾਲਿਸ। ਸੋ ਇਹ ਸੀ ਅੱਜ ਦੀ ਵੀਡੀਓ ਦੇ 25 ਮਹੱਤਵਪੂਰਨ ਪ੍ਰਸ਼ਨ, ਜਿਨ੍ਹਾਂ ਦਾ ਸਾਡੇ WhatsApp ਗਰੁੱਪ ਦੇ ਵਿੱਚ ਕੱਲ੍ਹ ਨੂੰ ਟੈਸਟ ਵੀ ਲਿਆ ਜਾਣਾ ਜੀ। ਸੋ ਜੇਕਰ ਕੋਈ ਵੀ ਸਾਥੀ ਟੈਸਟ ਦੇਣਾ ਚਾਹੁੰਦਾ ਹੋਵੇ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 97 1500 8800। ਸੋ ਹੁਣ ਇਸ ਵੀਡੀਓ ਦੇ ਵਿੱਚੋਂ 5 ਪ੍ਰਸ਼ਨ ਪੁੱਟ ਕੀਤੇ ਜਾਣਗੇ ਜੀ, ਜਿਨ੍ਹਾਂ ਦੇ ਜਵਾਬ ਆਪ ਸਭ ਨੇ ਕਮੈਂਟਸ ਦੇ ਵਿੱਚ ਜ਼ਰੂਰ ਦੇਣੇ ਆ ਜੀ। ਬਕਸਰ ਦੀ ਲੜਾਈ ਬੰਗਾਲ ਦਾ ਨਵਾਬ ਕੌਣ ਬਣਿਆ?
पहला प्रश्न है जी, बक्सर की लड़ाई तो बाद बंगाल का नवाब कौन बनिया? बंगाल विच दोहरी शासन प्रणाली कदों खत्म कर दी गई? लैप्स की नीति किसने चलाई? पिट्स इंडिया एक्ट कदों बनिया? भारत विच सिविल सर्विस का मोडी कौन सी? सो इन्हां प्रश्नों के जवाब आप सबने कमेंट्स के जरूर देने हैं जी। वीडियो नूं वध तों वध लाइक कमेंट शेयर जरूर करियो जी। वीडियो देखने के लिए आप सबका बहुत बहुत धन्यवाद।